Hello students, today we will discuss about variation of acceleration due to gravity changes with height and depth। ठीक है, ਆਪਾਂ ਹਾਈਟ ਤੇ ਡੈਪਥ ਦੇ ਵਿੱਚ ਤੇ ਉੱਤੇ ਵੈਲਿਊ ਆਫ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੀ ਕੀ ਵੇਰੀਏਸ਼ਨ ਆਉਂਦੀ ਆ, ਕੀ ਚੇਂਜਸ ਆਉਂਦੇ ਨੇ, ਆਪਾਂ ਉਹ ਪੜਾਂਗੇ। ਠੀਕ ਹੈ, ਦ ਵੈਲਿਊ ਆਫ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਚੇਂਜਸ ਵਿਦ ਹਾਈਟ, depth, shape of the earth, rotation of the earth about its own axis. The effect of each of the above factor on the value of g has been discussion below। ठीक है, ਆਪਾਂ ਹੁਣ ਹਾਈਟ ਬਾਰੇ ਪੜਾਂਗੇ ਤੇ ਹਾਈਟ ਦੇ ਉੱਤੇ ਕੀ ਇਫੈਕਟ ਪੈਂਦਾ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੇ ਉੱਤੇ, ਜਾਂ ਫਿਰ ਡੈਪਥ ਦੇ ਵਿੱਚ ਜਾਵਾਂਗੇ ਤਾਂ ਕੀ ਇਫੈਕਟ ਪੈਂਦਾ। ਇਫੈਕਟ ਆਫ ਐਲਟੀਟਿਊਡ ਮੀਨਸ ਹਾਈਟ ਹੁੰਦੀ ਹੈ। ਠੀਕ ਹੈ, ਕੰਸੀਡਰ ਅਰਥ ਟੂ ਬੀ ਏ ਸਫੀਅਰ ਆਫ ਮਾਸ। ਆਪਾਂ ਨੇ ਇੱਕ ਅਰਥ ਨੂੰ ਕੀ ਮੰਨ ਲਿਆ, ਇੱਕ ਸਫੀਅਰ ਮੰਨ ਲਿਆ ਜਿਹਦਾ ਮਾਸ ਕੀ ਆ ਕੈਪੀਟਲ ਐਮ ਆ, ਅਤੇ ਰੇਡੀਅਸ ਕੀ ਆ ਆਰ ਆ, ਅਤੇ ਸੈਂਟਰ ਕੀ ਆ ਓ ਆ। ਠੀਕ ਹੈ, ਲੈਟ ਜੀ ਵੀ ਦਾ ਵੈਲਿਊ ਆਫ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਐਟ ਏ ਪੁਆਇੰਟ ਏ ਔਨ ਦਾ ਸਰਫੇਸ ਆਫ ਅਰਥ। ਠੀਕ ਹੈ, ਅਤੇ ਜੀ ਕਿਹਦੇ ਇਕੁਅਲ ਆ ਜੀ ਐਮ ਪੌਨ ਜੀ ਇਜ਼ ਇਕੁਅਲ ਟੂ ਜੀ ਐਮ ਪੌਨ ਆਰ ਦੀ ਸਕੇਅਰ। ਓਕੇ, ਇਫੈਕਟ ਆਫ ਅਰਥ। ਸਭ ਤੋਂ ਪਹਿਲਾਂ ਆਪਾਂ ਨੇ ਕੀ ਮੰਨ ਲਿਆ, ਦੇਖੋ ਇੱਕ ਅਰਥ ਆ, ਅਰਥ ਕੀ ਮੰਨ ਲਈ ਆਪਾਂ ਨੇ, ਇੱਕ ਕੀ ਆਪਣੇ ਕੋਲ ਸਫੀਅਰ ਆ, ਸਫੀਅਰ ਦਾ ਰੇਡੀਅਸ ਕੀ ਆ ਆਪਣੇ ਕੋਲ, ਸਫੀਅਰ ਦਾ ਰੇਡੀਅਸ ਹੈਗਾ ਆਪਣੇ ਕੋਲ ਆਰ। ਠੀਕ ਹੈ, ਅਤੇ ਇਸ ਦਾ ਮਾਸ ਹੈਗਾ ਆਪਣੇ ਕੋਲ ਐਮ, ਅਤੇ ਇਸ ਅਰਥ ਦੇ ਸਰਫੇਸ ਦੇ ਉੱਤੇ ਇੱਕ ਪੁਆਇੰਟ ਏ ਆ ਜਿਸ ਦੇ ਉੱਤੇ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਕੀ ਆ ਆਪਣੇ ਕੋਲ ਜੀ। ਉਹ ਕਿੰਨੀ ਵੈਲਿਊ ਆ ਜੀ ਇਜ਼ ਇਕੁਅਲ ਟੂ ਜੀ ਐਮ ਅਪੋਨ ਆਰ ਦੀ ਸਕੇਅਰ। ਇਹ ਵੈਲਿਊ ਆ, ਇਹ ਅਰਥ ਦਾ ਸਫੀਅਰ ਆ। ਠੀਕ ਹੈ, ਅਰਥ ਦੇ ਸਫੀਅਰ ਦੇ ਸੈਂਟਰ ਤੋਂ ਅਤੇ ਇਹਦਾ ਰੇਡੀਅਸ ਕੀ ਆ ਆਪਣੇ ਕੋਲ ਆਰ, ਅਤੇ ਮਾਸ ਹੈਗਾ ਅਰਥ ਦਾ ਐਮ ਆ, ਅਤੇ ਇਹ ਕੀ ਆ, ਇਹ ਕੋਈ ਪੁਆਇੰਟ ਆ ਅਰਥ ਦੇ ਸਰਫੇਸ ਦੇ ਉੱਤੇ। ਅਗਰ ਆਪਣੇ ਕੋਲ ਇੱਥੇ ਬੋਡੀ ਪਈ ਆ ਤਾਂ ਉਹਦੇ ਉੱਤੇ ਜਿਹੜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੀ ਫੋਰਸ ਆਫ ਵੈਲਿਊ, ਮਤਲਬ ਇਹਦੇ ਉੱਤੇ ਜੀ ਦੀ ਵੈਲਿਊ ਕੀ ਆ ਆਪਣੇ ਕੋਲ ਜੀ ਐਮ ਪੌਨ ਆਰ ਦੀ ਸਕੇਅਰ। ਹੁਣ ਆਪਾਂ ਕੀ ਕਰਾਂਗੇ, ਆਪਾਂ ਹਾਈਟ ਦੇ ਉੱਤੇ ਜਾਵਾਂਗੇ, ਹਾਈਟ ਦੇ ਉੱਤੇ ਜਾਵਾਂਗੇ ਮਤਲਬ ਬੀ ਪੁਆਇੰਟ, ਕੋਈ ਬੀ ਪੁਆਇੰਟ ਲੈ ਲਿਆ, ਹਾਈਟ ਦੇ ਉੱਤੇ ਗਏ। ਠੀਕ ਹੈ, ਇੱਥੇ ਕੀ ਆ ਗ੍ਰੈਵਿਟੀ ਦੀ ਵੈਲਿਊ ਕੀ ਆ ਆਪਣੇ ਕੋਲ ਜੀ ਡੈਸ਼ ਆ। ਠੀਕ ਆ, ਇਹ ਕੰਸੀਡਰ ਕਰ ਲਈ ਆਪਾਂ ਨੇ। ਉਸ ਤੋਂ ਬਾਅਦ ਇਹ ਜਿਹੜਾ ਜੀ ਏ ਪੁਆਇੰਟ ਦੇ ਉੱਤੇ ਜੀ ਦੀ ਵੈਲਿਊ ਸੀ ਉਹ ਹੈਗੀ ਆ ਜੀ ਇਜ਼ ਇਕੁਅਲ ਟੂ ਜੀ ਐਮ ਪੌਨ ਆਰ ਦੀ ਸਕੇਅਰ। ਇੱਕ ਪਿੱਛੇ ਆਰਟੀਕਲ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਨੇ ਇਹ ਵੈਲਿਊ ਜਿਹੜੀ ਆਪਣੇ ਡਰਾਈਵ ਕੀਤੀ ਸੀ, ਮਤਲਬ ਸਮਾਲ ਜੀ ਅਤੇ ਕੈਪੀਟਲ ਜੀ ਦੇ ਵਿੱਚ ਰਿਲੇਸ਼ਨ ਜਿਹੜਾ ਡਰਾਈਵ ਕੀਤਾ ਸੀਗਾ, ਉਸ ਤੋਂ ਆਪਣੇ ਕੋਲ ਜੀ ਦੀ ਵੈਲਿਊ ਕੀ ਆਈ ਸੀ ਜੀ ਐਮ ਅਪੋਨ ਆਰ ਦੀ ਸਕੇਅਰ ਆਈ ਸੀ। ਠੀਕ ਹੈ, ਹੁਣ ਆਪਣੇ ਕੋਲ ਕੀ ਆ ਜੀ ਡੈਸ਼ ਇਜ਼ ਦਾ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਐਟ ਏ ਪੁਆਇੰਟ ਬੀ। ਬੀ ਪੁਆਇੰਟ ਦੇ ਉੱਤੇ ਆਪਣੇ ਕੋਲ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੀ ਜਿਹੜੀ ਵੈਲਿਊ ਆ ਐਟ ਹਾਈਟ ਐਚ ਦੇ ਉੱਤੇ ਅਬਵ ਦਾ ਸਰਫੇਸ ਆਫ ਅਰਥ, ਦੈਨ ਦਾ ਫੋਰਸ ਔਨ ਦਾ ਬੋਡੀ ਐਟ ਬੀ। ਫੋਰਸ ਔਨ ਦਾ ਬੋਡੀ ਐਟ ਬੀ ਇਜ਼ ਡਿਊ ਟੂ ਦ ਅਰਥ whose mass m is concentrated at the earth center of the body। g dash is equal to g m upon ਇਹ ਆਰ ਸਕੇਅਰ ਸੀ, ਇਹਦੇ ਵਿੱਚ ਆਪਾਂ ਆਰ ਆ ਕੀ ਆ, ਆਰ ਕੀ ਆ ਆਪਣੇ ਕੋਲ ਰੇਡੀਅਸ ਆਫ ਅਰਥ ਆ। ਠੀਕ ਹੈ, ਜੀ ਦੀ ਵੈਲਿਊ ਜਿਹੜੇ ਮਾਸ ਆਫ ਦਾ ਅਰਥ ਅਤੇ ਰੇਡੀਅਸ ਆਫ ਦਾ ਅਰਥ ਦੇ ਉੱਤੇ ਜਿਹੜੀ ਹੈਗੀ ਆ ਡਿਪੈਂਡ ਕਰਦੀ ਆ। ਠੀਕ ਹੈ, ਹੁਣ ਆਰ ਦੇ ਵਿੱਚ ਆਪਾਂ ਕੀ ਪਲੱਸ ਕਰ ਦਾਂਗੇ ਐਚ, ਕਿਉਂਕਿ ਜਿਹੜੀ ਇਹ ਮਤਲਬ ਪੁਆਇੰਟ ਆ ਬੀ ਪੁਆਇੰਟ ਆ, ਠੀਕ ਹੈ, ਉਹ ਕਿੱਥੇ ਪਿਆ ਆਪਣੇ ਕੋਲ ਹਾਈਟ ਐਚ ਦੇ ਉੱਤੇ ਪਿਆ ਫਰੋਮ ਦਾ ਸਰਫੇਸ ਆਫ ਅਰਥ, ਫਰੋਮ ਦਾ ਸਰਫੇਸ ਆਫ ਅਰਥ। ਇਸ ਲਈ ਆਪਣੇ ਕੋਲ ਜਿਹੜਾ ਹੈਗਾ ਟੋਟਲ ਡਿਸਟੈਂਸ ਫਰੋਮ ਦਾ ਸੈਂਟਰ ਆਫ ਅਰਥ ਉਹ, ਅਤੇ ਪੁਆਇੰਟ ਬੀ ਐਟ ਦਾ ਹਾਈਟ, ਜਿਹੜੇ ਹਾਈਟ ਦੇ ਉੱਤੇ ਬੀ ਪੁਆਇੰਟ ਆ ਉਸ ਤੋਂ ਜਿਹੜਾ ਡਿਸਟੈਂਸ ਆ ਆਰ ਪਲੱਸ ਐਚ ਆ। ਠੀਕ ਹੈ, ਇੱਥੇ ਲਵਾਂਗੇ ਆਪਾਂ ਆਰ ਪਲੱਸ ਐਚ ਦੀ ਸਕੇਅਰ। ਠੀਕ ਹੈ, ਆਪਾਂ ਨੇ ਕੀ ਕੀਤਾ ਸੀਗਾ, ਇੱਕ ਅਰਥ ਨੂੰ ਆਪਾਂ ਨੇ ਕੀ ਮੰਨ ਲਿਆ ਸੀਗਾ, ਇੱਕ ਸਫੀਅਰ ਆ, ਉਹਦਾ ਮਾਸ ਐਮ ਆ, ਰੇਡੀਅਸ ਹੈਗਾ ਉਹਦਾ ਆਰ, ਅਤੇ ਏ ਪੁਆਇੰਟ ਹੈਗਾ ਸਰਫੇਸ ਆਫ ਅਰਥ, ਅਤੇ ਜਿਹਦੇ ਉੱਤੇ ਗ੍ਰੈਵਿਟੀ ਦੀ ਵੈਲਿਊ ਜੀ ਆ, ਜੀ ਕਿਹਦੇ ਇਕੁਅਲ ਹੁੰਦੀ ਆ ਜੀ ਐਮ ਅਪੋਨ ਆਰ ਦੀ ਸਕੇਅਰ ਦੇ। ਅਤੇ ਇੱਕ ਆਪਾਂ ਨੇ ਹਾਈਟ ਐਚ ਦੇ ਉੱਤੇ ਇੱਕ ਪੁਆਇੰਟ ਲੈ ਲਿਆ। ਠੀਕ ਹੈ, ਹਾਈਟ ਐਚ ਦੇ ਉੱਤੇ ਜਦੋਂ ਆਪਾਂ ਸਰਫੇਸ ਤੋਂ ਉੱਪਰ ਗਏ, ਹਾਈਟ ਐਚ ਦੇ ਉੱਤੇ ਗਏ ਇਸ ਏ ਪੁਆਇੰਟ ਤੋਂ, ਤਾਂ ਇਹ ਇੱਥੇ ਗ੍ਰੈਵਿਟੀ ਦੀ ਵੈਲਿਊ ਕੀ ਸੀ ਜੀ ਡੈਸ਼। ਹੁਣ ਜੀ ਡੈਸ਼ ਕੀ ਆ ਆਪਣੇ ਕੋਲ, ਜੀ ਡੈਸ਼ ਹੈਗਾ ਜੀ ਐਮ ਅਪੋਨ ਆਰ ਪਲੱਸ ਐਚ ਦੀ ਸਕੇਅਰ। ਠੀਕ ਹੈ, ਇਹ ਇਕੁਏਸ਼ਨ 1 ਹੋ ਗਈ ਆਪਣੇ ਕੋਲ, ਇਹ ਇਕੁਏਸ਼ਨ ਕੀ ਹੋ ਗਈ ਆਪਣੇ ਕੋਲ 2 ਇਕੁਏਸ਼ਨ ਹੋ ਗਈ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ, ਡਿਵਾਈਡ ਕਰ ਦਾਂਗੇ ਦੋਨਾਂ ਨੂੰ, ਡਿਵਾਈਡ ਕਰਾਂਗੇ 16/15। ਠੀਕ ਹੈ, ਡਿਵਾਈਡ 2/1।
डिवाइड करके की आ जाऊगा अपने को ऊपर आऊगी जी डैश अपॉन जी इज इक्वल टू जी एम अपॉन आर प्लस एच दी स्केयर अपॉन जी एम अपॉन आर दी स्केयर। ठीक है, एक की आ जाऊगा अपने को जी एम अपॉन आर प्लस एच दी स्केयर मल्टीप्लाई आर दी स्केयर अपॉन जी एम। हूँ जी एम नाल जी एम कट हो गया, की बन गया आर दी स्केयर आर प्लस अपॉन आर प्लस एच दी स्केयर, मतलब जी डैश अपॉन जी की कोल आ गई आर दी स्केयर आर प्लस एच दी होल स्केयर। ठीक है, ये अपने को की बन गई इक्वेशन 3 बन गई। समझ आ गई ना। ये आप हुण इत्थे तक पहुँच चुके हैं। हुण अगे की है बच्चे देखो, हुण आर दी स्केयर जिहड़ा हैगा उपर नीचे की किया आपने जी डैश अपॉन जी इज इक्वल टू आर दी स्केयर, इत्थों जिहड़ा हैगा आर दी स्केयर कॉमन कढ लिया तो की आ जाऊगा अपने कोल 1 प्लस जो ये आर बाहर कढ़िया तो इतने स्केयर बाहर आ गया ना, तो एच अपॉन आर हो जाऊगा दी स्केयर। ठीक है, आर स्केयर नाल आर स्केयर जिहड़ा हैगा कट हो गया, तो अपने को जी डैश अपॉन जी की वैल्यू कितनी आ गई 1 प्लस एच अपॉन आर दी -2 ऊपर जाऊगा तो ये 2 आ जिहड़ा -2 दे 2 बन जाऊगा। ठीक है, हुण आपां की करदे आ जिहड़ा आर आ देखो अपने को वैल्यू आई है जी डैश अपॉन जी इज इक्वल टू 1 प्लस एच अपॉन आर दी -2। ठीक है, हुण अपने को की है जिहड़ा एच आ आर तो बहुत ज़्यादा छोटा, मतलब बहुत ज़्यादा छोटा आर जिहड़ा अर्थ का रेडियस आ जिहड़ा अपने उपर हाइट लई है अर्थ के सरफेस तो एच जिहड़ा हैगा आर तो बहुत बड़ा छोटा बहुत छोटा। ठीक है, जिवें जे अर्थ तां एच अपॉन आर जिहड़ी हैगी आ एच अपॉन आर जिहड़ी हैगी है की बन जूगी स्मॉल हो जूगी, एच अपॉन आर की हो जू स्मॉल हो चुकी एच जिहड़ा हैगा बहुत ज़्यादा छोटा आर तो। ठीक है, तां करके एच अपॉन आर जिहड़ी हैगी बहुत ज़्यादा स्मॉल हो जूगी। इहदे उत्ते आपां हुण बायनोमियल लावांगे इज एज स्मॉल एज कंपेयर टू 1 दे ही इक्वल आ जूगी अपने कोल, तो आपां जी डैश अपॉन जी की करांगे 1 माइनस इहदे उत्ते बायनोमियल ला दांगे 2h अपॉन आर हो गई। ठीक है, जिवें अपने को बायनोमियल की होंगी है 1 अपॉन एक्स की पावर -n, तो आप की कर देना 1 माइनस एन एक्स, मतलब ये एन -n जो इतने एन जो भी पावर होंगी वो इतने अगे आ जाती होंगी है। एवें हुण की आ -2 जी हैगी अपने को अगे आ गई। ठीक है, तो जी डैश इज इक्वल टू जी 1 - 2h अपॉन आर, ये अपने को की आ गई वैल्यू आ गई। ठीक है, ये कि इक्वेशन बन गई अपने को 4 इक्वेशन बन गई। समझ आ गई। तो फ्रॉम तो आपां नूं इत्थों की पता लग्या देखो अपने को जी की सी अपने को जी हैगी सी अपने को जी एम अपॉन आर दी स्केयर सी। ठीक है, जी एम अपॉन आर दी स्केयर सी, बट हुण आपां ने जी कटनी है जी जे जी सपोज करो 1 सी एवें कर सपोज करिए जी जी 1 आ, तो हुण जी दे विचों कुछ जे नूं आपां खोल के लिख दईए जी डैश इज इक्वल टू जी माइनस जी 2h अपॉन आर, इस तरह खोल के लिख दिए तो ये जी दे विचों कुछ माइनस हो रहा, मतलब जी की ग्रैविटी सी जी सरफेस ऑफ अर्थ के उत्ते सी जी आपने इत्थे कीती है जी ग्रैविटी सी जी ए पॉइंट के उत्ते सी। ठीक है, हुण जदों आपां बी पॉइंट के उत्ते देख रहे हैं जी डैश ग्रैविटी आ ए पॉइंट के उत्ते जी सीगी ते जिहड़ा बी पॉइंट आ उत्थे की अपने कोल ग्रैविटी जी डैश आ। ठीक है, जी डैश आ तो उहदे विचों कुछ चीज़ आ जी माइनस हो रही है ओरिजिनल जी जी सी एक्सीलरेशन ड्यू टू ग्रैविटी उत्ते कुछ माइनस हो रहा, मतलब जी डैश की वैल्यू जी हैगी ये तो जी हैगी जी तो की होगी घट होगी, मतलब ये तो की पता लगता एक्सीलरेशन ड्यू टू ग्रैविटी जी हैगी डिक्रीज़ होंदी है कित्थे वैल्यू ऑफ एक्सीलरेशन ड्यू टू ग्रैविटी डिक्रीज़ होंदी है कित्ते नाल विद हाइट दे नाल। ठीक है, it is due to the reason that the value of acceleration due to gravity is lesser at mountain than in plains। ठीक है, माउंटेन्स के उत्ते जो आप उपर जाने तो ये जी वैल्यू एक्सेलरेशन ड्यू टू ग्रैविटी की उत्ती वैल्यू जी जी डैश आ उपर जाने जो वो एक्सेलरेशन ड्यू टू ग्रैविटी अपने की लई सी बी पॉइंट के उत्ते जी डैश लई सी ते नीचे अपने की लई सी जी जी लई सी जी वैल्यू होंदी आ ए पॉइंट के उत्ते जिहड़ा पॉइंट जिहड़ा हैगा सी सरफेस ऑफ अर्थ के उत्ते सी इहदे उत्ते कुछ इहदे विचों कुछ माइनस हो के जी डैश बन रहा, मतलब माउंटेन्स के उत्ते जो जाने एक्सेलरेशन ड्यू टू ग्रैविटी है जी घटती होंदी है। ठीक है, तो उस तो बाद की कर सकते हैं आप फ्रॉम 17
ਪ੍ਰੋਬਲਮ 17 ਕੀ ਹੁੰਦਾ, ਜੀ ਡੈਸ਼ ਆਪਣੇ ਕੋਲ ਕੀ ਸੀ, ਆਪਣੇ ਕੋਲ ਵੈਲਿਊ ਆਈ ਸੀ ਜੀ ਡੈਸ਼ ਅਪੋਨ ਜੀ ਇਜ਼ ਇਕਲ ਟੂ ਆਰ ਦੀ ਸਕੇਅਰ ਆਰ ਪਲੱਸ ਐਚ ਦੀ ਸਕੇਅਰ ਆਈ ਸੀ। ਠੀਕ ਹੈ, ਇਹ ਵੈਲਿਊ ਆਈ ਸੀ ਤਾਂ ਇਹਦੇ ਵਿੱਚ ਕੀ ਆ ਜੀ ਡੈਸ਼ ਇਜ਼ ਇਕਲ ਟੂ ਜੀ, ਐਵੇਂ ਵੀ ਲੈ ਸਕਦੇ ਹਾਂ ਆਪਾਂ ਆਰ ਦੀ ਸਕੇਅਰ ਆਰ ਪਲੱਸ ਐਚ ਦੀ ਸਕੇਅਰ। ਠੀਕ ਹੈ, ਇਹ ਹੋ ਗਈ। ਤਾਂ ਇਹਦੇ ਵਿੱਚ ਕੀ ਹੋ ਗਿਆ ਜੀ ਡੈਸ਼ ਇਜ਼ ਇਕਲ ਟੂ ਜੀ ਐਟ ਏ ਹਾਈਟ ਇਕੁਅਲ ਟੂ ਦਾ ਰੇਡੀਅਸ ਆਫ ਅਰਥ। ਹੁਣ ਆਪਣੇ ਕੋਲ ਇਹ ਵੈਲਿਊ ਆਈ ਸੀ, ਜੇ ਆਪਾਂ ਜਿਹੜਾ ਰੇਡੀਅਸ ਆਫ ਅਰਥ ਦੀ ਹਾਈਟ ਜਿਹੜੀ ਹੈਗੀ ਆ, ਪਹਿਲਾਂ ਆਪਾਂ ਨੇ ਜਿਹੜੀ ਹੈਗੀ ਆਪਾਂ ਜੇ ਇਕੁਅਲ ਲੈ ਕੇ ਚੱਲੀਏ, ਇੱਥੇ ਆਪਾਂ ਨੇ ਮੰਨਿਆ ਸੀਗਾ ਵੀ ਜੇ ਆਪਣੇ ਕੋਲ ਹੈਗਾ ਸੀਗਾ ਵੀ ਹਾਈਟ ਆ ਜਿਹੜੀ ਆਰ ਤੋਂ ਬਹੁਤ ਜ਼ਿਆਦਾ ਘੱਟ ਆ, ਬਹੁਤ ਜ਼ਿਆਦਾ ਜਿਹੜੀ ਹਾਈਟ ਆ ਉਹ ਰੇਡੀਅਸ ਤੋਂ ਬਹੁਤ ਜ਼ਿਆਦਾ ਘੱਟ ਆ। ਤਾਂ ਆਪਣੇ ਕੋਲ ਕੀ ਵੈਲਿਊ ਕੀ ਆ ਰਹੀ ਸੀ, ਮਤਲਬ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਜਿਹੜੀ ਬੀ ਪੁਆਇੰਟ ਦੇ ਉੱਤੇ ਆ ਰਹੀ ਸੀ ਉਹ ਬਹੁਤ ਜ਼ਿਆਦਾ ਘੱਟ ਆ ਰਹੀ ਸੀ। ਹੁਣ ਜੇ ਆਪਾਂ ਰੇਡੀਅਸ ਦੀ ਹਾਈਟ ਨੂੰ ਜਿਹੜੇ ਹੈਗਾ ਇਕੁਅਲ ਮੰਨ ਲਈਏ ਤਾਂ ਆਪਣੀ ਕੋਲ ਵੈਲਿਊ ਕੀ ਆਊਗੀ ਆਰ ਦੀ ਸਕੇਅਰ ਅਪੋਨ ਆਰ ਪਲੱਸ ਆਰ ਦੀ ਸਕੇਅਰ। ਤਾਂ ਜੀ ਡੈਸ਼ ਇਜ਼ ਇਕਲ ਟੂ ਜੀ ਆਰ ਦੀ ਸਕੇਅਰ, 2 ਆਰ ਦੀ ਸਕੇਅਰ ਕੇ ਨਾਲ ਜੋ 4 ਆਰ ਦੀ ਸਕੇਅਰ, ਆਰ ਸਕੇਅਰ ਨਾਲ ਆਰ ਏ ਸਕੇਅਰ ਕੱਟ ਗਿਆ, ਜੀ ਇਜ਼ ਇਕਲ ਟੂ ਜੀ ਬਾਈ 4। ਹੁਣ ਵੀ ਜਿਹੜੀ ਹੈਗੀ ਆ ਵੈਲਿਊ ਮਾਊਂਟੇਨਸ ਦੇ ਉੱਤੇ ਘੱਟ ਆ ਰਹੀ ਆ, ਮਤਲਬ ਜਿਹੜਾ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਆ ਉਹਦਾ ਜਦੋਂ 1/4 ਕਰਾਂਗੇ ਤਾਂ ਆਪਣੇ ਕੋਲ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਗ੍ਰੈਵਿਟੀ ਦੀ ਵੈਲਿਊ ਆਊਗੀ ਮਾਊਂਟੇਨਸ ਦੇ ਉੱਤੇ। ਠੀਕ ਹੈ, ਦੋਨੋਂ ਕੇਸਿਸ ਦੇ ਵਿੱਚ ਜਿਹੜੀ ਹੈਗੀ ਆ ਵੈਲਿਊ ਕੀ ਹੋ ਰਹੀ ਆ, ਘੱਟ ਆ ਰਹੀ ਆ। ਜੇ ਆਪਾਂ ਐਚ ਹਾਈਟ ਨੂੰ ਆਰ ਤੋਂ ਬਹੁਤ ਜ਼ਿਆਦਾ ਘੱਟ ਮੰਨ ਕੇ ਚੱਲਦੇ ਹਾਂ ਤਾਂ ਵੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਵੈਲਿਊ ਘੱਟ ਆ, ਜਦੋਂ ਸਰਫੇਸ ਆਫ ਅਰਥ ਤੋਂ ਉੱਪਰ ਜਾਂਦੇ ਹਾਂ ਜਾਂ ਮਾਊਂਟੇਨਸ ਦੇ ਉੱਤੇ ਜਾਂਦੇ ਹਾਂ। ਅਤੇ ਜੇ ਅਗਰ ਆਪਾਂ ਰੇਡੀਅਸ ਦੀ ਹਾਈਟ ਨੂੰ ਇਕੁਅਲ ਵੀ ਮੰਨ ਕੇ ਚੱਲਦੇ ਹਾਂ ਤਾਂ ਵੀ ਜਿਹੜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਜਿਹੜੀ ਇੱਥੇ ਵੈਲਿਊ ਆ ਉਹ ਵੀ ਜਿਹੜੀ ਹੈਗੀ ਆ 1/4 ਆ ਰਹੀ ਆ ਜਿਹੜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਤੋਂ। ਠੀਕ ਹੈ।